ਕਦੋਂ ਮਿਲਿਆ ਸੀ ਆਖਰੀ? ਕਿਤੇ ਵੀ ਨਹੀਂ ਮਿਲਿਆ ਨਾ, ਕਿਤੇ ਫੋਨ ਤਰਸਣ ਡਏ ਹਾਂ ਅੰਨਿਆਂ ਦਾ ਬਦਾ ਨਿਬੜੇ ਕਿਤੇ ਤੇ ਪੇਸ਼ ਹੀ ਹੋ ਜੇ। ਇਹ ਵੀ ਬੜਾ ਆਂਦੇ ਸੀ ਪੇਸ਼ ਹੋ ਜੇ। ਸਾਡੇ ਨਾਲ ਬਹੁਤ ਧੱਕਾ ਕੀਤਾ ਪੁਲਿਸ ਨੇ, ਬਹੁਤ ਹੀ ਜ਼ਿਆਦਾ। ਮਹੀਨੇ ਪਿੱਛੋਂ ਅਸੀਂ ਘਰ ਆਏ ਹਾਂ ਜਿੱਦਣ ਦਾ ਵਾਰਦਾਤ ਹੋਈ ਆ। ਜਦੋਂ ਘਰੇ ਆਇਆ ਜੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਉਹਨੂੰ ਸਮਝਾਇਆ ਵੀ ਨਾ ਪੁੱਤ ਤੂੰ ਨਾ? ਘਰੇ ਰਹਿੰਦਾ ਸੀ, ਕਿਤੇ ਬਾਹਰ ਨਹੀਂ ਨਿਕਲਦਾ। ਮੁੰਡਾ ਵੀ ਕੋਈ ਆਉਂਦਾ ਸੀ, ਕਹਿੰਦੇ ਕੋਈ ਮੁੰਡਾ ਵੀ ਨਹੀਂ ਆਉਣਾ ਚਾਹੀਦਾ। ਇਹਨਾਂ ਦਾ ਸੁਭਾਅ ਬੜਾ ਕੌਲ ਸੀਗਾ। ਤੁਹਾਨੂੰ ਪੁਲਿਸ ਦੇ ਜੈਪਾਲ ਦੇ ਕੇਸਾਂ ਦੇ ਵਿੱਚ ਚੱਕ ਕੇ ਲੈ ਕੇ ਜਾਂਦੀ ਹੁੰਦੀ ਸੀ, ਤੰਗ ਕਰਦੀ? ਫੜਦੇ ਰਹੇ, ਮੈਨੂੰ ਖੜਿਆ ਇਹਨਾਂ ਨੇ, ਫਿਰ ਮੈਨੂੰ ਪਾਸੇ ਰੱਖਿਆ। ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਇਹ ਤੇ ਵਾਕਰ ਨਾਲ ਤੁਰਦੇ ਸੀਗੇ। ਹੁੰਦਾ ਇਹ ਬਸ ਇੱਕ ਦੁਨੀਆ 'ਚ ਆਇਆ ਹੈ, ਨਹੀਂ ਘਰੇ ਨਹੀਂ ਮੁੜਿਆ? ਕਿ ਵੜਿਆ ਹੀ ਨਹੀਂ, ਘਰ ਨਹੀਂ ਵੜਿਆ, ਵੇਖਿਆ ਹੀ ਨਹੀਂ ਇਹਨੇ ਘਰ ਵੱਲ। ਕਦੀ ਗੱਲ ਵੀ ਨਹੀਂ ਕੀਤੀ ਤੁਹਾਡੇ ਨਾਲ? ਕਦੇ ਗੱਲਬਾਤ? ਗੱਲ ਕਰਦਾ ਤਾਂ ਅਸੀਂ ਫੜਾ ਨਾ ਦਿੰਦੇ। ਡਿਓੜੇ ਦੀ ਸਕੀ ਭੈਣ ਦਾ ਪੋਤਰਾ ਚੁੱਕ ਲਿਆ ਉੱਥੋਂ। ਉਹਦਾ ਨਾਮ ਚਿਰਾਗ ਸੀਗਾ। ਚਿਰਾਗ ਜਿਹੜਾ ਸਭ ਤੋਂ ਪਹਿਲਾਂ ਕਾਂਡ ਜੈਪਾਲ ਨੇ ਉਹ ਕੀਤਾ। ਜਦੋਂ ਰੌਕੀ ਦਾ ਕਤਲ ਹੋਇਆ ਤਾਂ ਕਹਿੰਦੇ ਉਹ ਜੈਪਾਲ ਨੇ ਕੀਤਾ। ਇਹ ਗੱਲ ਦਾ ਤੁਹਾਨੂੰ ਸੀਗੀ ਭਣਕ ਕੋਈ, ਜਾਂ ਉਦੋਂ ਬਾਅਦ ਤੁਹਾਨੂੰ ਮਿਲਿਆ ਸੀ, ਜਾਂ ਇਹ ਗੱਲ ਦੀ ਤੁਸੀਂ ਮੰਨਦੇ ਹੋ ਵੀ ਉਹਨੇ ਕੀਤਾ? ਨਹੀਂ, ਇਹ ਤਾਂ ਸਾਰੇ ਪਤਾ ਲੱਗ ਗਿਆ ਵੀ ਜੈਪਾਲ ਨੇ ਕੀਤਾ ਵਾ। ਉਹ ਜੈਪਾਲ ਦੇ ਮਗਰ ਹੀ, ਜੈਪਾਲ ਉਹਦੇ ਮਗਰ ਹੀਗਾ। ਇਹ ਤਾਂ ਫਿਰ ਇੱਕ ਦੂਜੇ ਦੇ ਮਗਰ ਲੱਗੇ ਫਿਰਦੇ ਵੀ ਪਤਾ ਨਹੀਂ ਕਿੰਨੇ ਵਿੱਚੋਂ ਮਰਨਾ ਤੇ ਕਿੰਨੇ ਰਹਿਣਾ। ਉਹ ਵੀ ਪੂਰਾ ਉਹਦੇ ਨਾਲ ਤੇ ਗਨਮੈਨ ਮਿਲੇ ਸੀਗੇ, ਬਾਦਲ ਨੇ ਦਿੱਤੇ ਸੀ, ਸੁਖਦੀਪ ਨੇ। ਕਿਉਂ ਵੀ ਇਹਨੇ ਤਾਂ ਹੀ ਮਾਰਿਆ, ਵੀ ਨਹੀਂ ਤਾਂ ਉਹ ਇਹਨੂੰ ਮਾਰ ਦਿੰਦਾ? ਹਾਂ, ਉਹਨੇ ਮਾਰ ਦੇਣਾ ਸੀਗਾ। ਇੱਕ ਨੇ ਮਰਨਾ ਸੀ, ਦੋਵਾਂ 'ਚ ਭਾਵੇਂ ਇਹ ਮਰਦਾ ਤੇ ਭਾਵੇਂ ਉਹ ਮਰਦਾ। ਰੌਕੀ ਦਾ ਇਹਦੇ ਨਾਲ ਕਿੱਥੋਂ ਦੁਸ਼ਮਣੀ ਸ਼ੁਰੂ ਹੁੰਦੀ ਹੈ? ਇਹ ਦੋਵੇਂ ਇਕੱਠੇ ਫੇਰ ਜੇਲ੍ਹ 'ਚ ਰਹੇ ਨਾ, ਦੋਵੇਂ ਜਾਣੇ। ਉਸੇ ਉੱਥੋਂ ਹੀ ਰੌਕੀ ਦੇ ਨਾਲ ਬਸ ਹੀ ਹੋ ਗਿਆ। ਜਿਹੜਾ ਸੀਗਾ ਆਪਣਾ ਸ਼ੇਰਾ ਖੁੱਬਣ, ਉਹਦੇ ਨਾਲ ਇਹਦੀ ਕਿਵੇਂ ਦੀ ਦੋਸਤੀ ਸੀ? ਸ਼ੇਰਾ ਖੁੱਬਣ ਆਉਂਦਾ ਹੁੰਦਾ ਸੀ ਘਰੇ ਆਪਣਾ? ਆਉਂਦਾ ਰਿਹਾ, ਇਕੱਠੇ ਗੇਮ ਕਰਦੇ ਸੀਗੇ। ਉਹ ਦੋਵੇਂ ਇਕੱਠੇ ਪੜ੍ਹਦੇ ਸੀਗੇ। ਉਹ ਇੱਥੇ ਕਿਰਾਏ 'ਤੇ ਰਹਿੰਦਾ ਸੀ ਉਦੋਂ। ਤੁਸੀਂ ਹੱਕ ਸੀਗੇ ਵੀ ਪੁਲਿਸ ਕੋਲੇ ਪੇਸ਼ ਹੋ ਜੇ, ਹੋਰ ਨਹੀਂ ਤਾਂ? ਦੋਵੇਂ ਜੀ ਇਹੋ ਕਹਿੰਦੇ ਹਾਂ ਵੀ ਪੇਸ਼ ਹੋ ਜੇ ਤੇ ਚੱਲ ਕੋਈ ਨਹੀਂ, ਜੇਲ੍ਹ 'ਚ ਹੋਊਗਾ ਆਪੇ, ਚੱਲ 10 ਸਾਲ 20 ਸਾਲ ਬਾਅਦ ਆ ਜਾਏਗਾ ਘਰ ਕੋਈ। ਤੁਸੀਂ ਜਿਹੜੀ ਹੁਣ ਜਗਰਾਵਾਂ ਵਾਲੀ ਵਾਰਦਾਤ ਹੋਈ ਸੀ, ਪੁਲਿਸ ਵਾਲੇ ਮਾਰੇ ਸੀ, ਉਦੋਂ ਬਾਅਦ ਆਹ ਘਰ ਦੇ ਵਿੱਚ ਖਾਲੀ ਸੀ, ਕੋਈ ਨਹੀਂ ਹੈਗਾ? ਨਾ, ਕੋਈ ਨਹੀਂ, ਖਾਲੀ ਬੰਦ ਘਰ। ਆਖਰੀ ਵਾਰੀ ਕਦੋਂ ਤੁਹਾਡੇ ਕੋਲ ਮਿਲਿਆ ਸੀ, ਜਦੋਂ ਉਹਨੂੰ ਤੁਸੀਂ ਸਾਹਮਣੇ ਖੜੇ ਨੂੰ ਵੇਖਿਆ? ਨਹੀਂ, ਅਸੀਂ ਨਹੀਂ ਵੇਖਿਆ, ਫੋਟੋ ਤੇ ਹੀ ਵੇਖਦੇ। ਜਦੋਂ ਕੋਈ ਵਾਰਦਾਤ ਹੁੰਦੀ ਸੀ ਤੇ ਟੀਵੀ ਤੇ ਵੇਖਦੇ ਹਾਂ ਇਹਨੂੰ ਵੀ ਆਹ ਵਾਰਦਾਤ ਹੋਈ ਹੈ, ਵੀ ਉਸ ਤਰ੍ਹਾਂ ਨਹੀਂ ਕਿਤੇ ਨਹੀਂ, ਨਾ ਮਿਲਿਆ ਨਾ ਫੋਨ। ਜੈਪਾਲ ਭੁੱਲਰ ਦੇ ਘਰ ਬੈਠੇ ਆ, ਉਹਨਾਂ ਦੀ ਮਾਤਾ ਦੇ ਨਾਲ ਬੈਠੇ ਆ, ਜੈਪਾਲ ਭੁੱਲਰ ਦੀ ਮਾਂ ਦੇ ਨਾਲ ਬੈਠੇ ਆ, ਗੱਲਬਾਤ ਕਰਾਂਗੇ। ਇਸ ਟਾਈਮ ਚਾਹੇ ਦੁਨੀਆ ਦੇ ਵਾਸਤੇ ਉਹ ਬੰਦਾ ਜਾਂ ਕੋਈ ਵੀ ਬੰਦਾ ਕੁਛ ਵੀ ਹੋਵੇ, ਪਰ ਮਾਂ ਵਾਸਤੇ ਹਮੇਸ਼ਾ ਪੁੱਤ ਰਹਿੰਦਾ। ਮਾਂ ਵਾਸਤੇ ਹਮੇਸ਼ਾ ਹੋਣਹਾਰ, ਸੋਹਣਾ ਸੁਨੱਖਾ ਤੇ ਬਸ ਸਿਆਣਾ ਪੁੱਤ ਰਹਿੰਦਾ। ਮਾਂ 'ਤੇ ਕੀ ਬੀਤਦੀ ਹੈ ਇਹ ਰੱਬ ਜਾਣਦਾ, ਜਾਂ ਉਹ ਮਾਂ ਜਾਣਦੀ ਹੁੰਦੀ ਹੈ। ਜਿਸ ਪੁੱਤਰ ਨੂੰ ਮਾਂ ਨੇ ਬਹੁਤ ਲਾਡਾਂ ਪਿਆਰਾਂ ਨਾਲ ਪਾਲਿਆ ਹੋਵੇ, ਪਰ ਉਹ ਗਲਤ ਰਸਤਿਆਂ 'ਤੇ ਚਲਾ ਜਾਵੇ ਅਤੇ ਐਟ ਦਾ ਐਂਡ ਆਖਰ 'ਤੇ ਆ ਕੇ ਪੁਲਿਸ ਦੀ ਗੋਲੀ ਦੇ ਨਾਲ ਐਸੀ ਭਿਆਨਕ ਮੌਤ ਮਰੇ, ਤਾਂ ਬਹੁਤ ਔਖਾ ਹੁੰਦਾ ਜਰਨਾ। ਜੈਪਾਲ ਦੀ ਮਾਂ ਸਾਡੇ ਨਾਲ ਹੈ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਹੁੰਦਾ ਸੀ ਜੈਪਾਲ, ਕਿਹੋ ਜਿਹਾ ਦਾ ਬਚਪਨ ਸੀ, ਕਿਉਂ ਇਸ ਰਸਤਿਆਂ 'ਤੇ ਗਿਆ। ਮਾਂ ਨੂੰ ਤਾਂ ਭਲੀ ਭਾਂਤ ਸਭ ਕੁਛ ਪਤਾ ਹੁੰਦਾ, ਬਹੁਤ ਰੋਕਣ ਦੀਆਂ ਕੋਸ਼ਿਸ਼ਾਂ ਵੀ ਕਰਦੀ, ਕਈ ਵਾਰੀ ਪੁੱਤ ਬੇਵਾਰੇ ਹੋ ਕੇ ਚਲੇ ਜਾਂਦੇ ਨੇ। ਗੱਲਬਾਤ ਕਰਦੇ। ਮਾਤਾ, ਬਹੁਤ ਦੁੱਖ ਦੀ ਘੜੀ ਹੈ, ਦੁਨੀਆ ਵਾਸਤੇ ਕੁਛ ਵੀ ਹੋਵੇ ਜੈਪਾਲ, ਪਰ ਤੁਹਾਡੇ ਵਾਸਤੇ ਇੱਕ ਪੁੱਤਰ ਹੈ, ਮਾਂ ਵਾਸਤੇ ਹਮੇਸ਼ਾ ਹੀ ਇੱਕ ਹੋਣਹਾਰ ਪੁੱਤਰ ਹੁੰਦਾ ਹੈ। ਜੇ ਆਪਾਂ ਸ਼ੁਰੂਆਤ ਤੋਂ ਗੱਲ ਕਰੀਏ ਤਾਂ ਕਦੇ ਸੋਚਿਆ ਸੀ ਮਾਤਾ ਵੀ ਮੇਰਾ ਪੁੱਤ ਜੈਪਾਲ ਇਸ ਦੁਨੀਆ 'ਚ ਚਲਾ ਜਾਊਗਾ, ਇਸ ਰਸਤੇ? ਕਿਤੇ ਵੀ ਨਹੀਂ ਸੋਚਿਆ, ਕਿਤੇ ਵੀ ਨਹੀਂ। ਉਹ ਇੰਨਾ ਵਧੀਆ ਪੜ੍ਹਾਈ 'ਚ ਵੀ ਇੰਨਾ ਹੁਸ਼ਿਆਰ ਸੀਗਾ, ਹਰ ਇੱਕ ਨਾਲ ਇੱਥੇ ਮਹੱਲੇ 'ਚ ਵੀ ਸਾਰੇ ਤਾਰੀਫ ਕਰਦੇ। ਬਹੁਤ ਹੀ ਸਿਆਣਾ ਤੇ ਬੀਬਾ ਤੇ ਬਹੁਤ ਘੱਟ ਬੋਲਣ ਵਾਲਾ ਬੱਚਾ ਸੀਗਾ। ਤੇ ਫਿਰ ਉਹ ਇੱਥੋਂ ਫਿਰ ਗੇਮ 'ਚ ਪੈ ਗਿਆ, ਉਹਨੇ ਆਪਣੀ ਮਰਜ਼ੀ ਦੀ ਗੋਲਾ ਸੁੱਟਦਾ ਸੀਗਾ ਤੇ ਗੋਲਾ ਵੀ ਉਹਦਾ ਹਵਾ 'ਚ ਜਾਂਦਾ ਸੀਗਾ। ਉਹਦੇ ਕੋਚ ਨੇ ਮੈਨੂੰ ਆਂਦਾ ਵੀ ਮੰਮੀ ਜੀ ਮੇਰਾ ਕੋਚ ਬੁਲਾਉਂਦਾ, ਨਾਲੇ ਆਂਟੀ ਬੁਲਾਉਂਦੇ ਆ ਤੇ ਆਪਾਂ ਹੁਣ ਕੋਚ ਦੀ ਕੋਠੀ ਜਾਣਾ। ਮੈਂ ਕਿਹਾ ਚਲੋ ਚੱਲਦੇ ਹਾਂ। ਅਸੀਂ ਗਏ ਤੇ ਸੀਗਾ ਉਦੋਂ ਇਹਨੇ BA ਕੀਤੀ ਸੀਗੀ ਤੇ ਅਸੀਂ ਫਿਰ ਗਏ ਉਹਨਾਂ ਦੀ ਕੋਠੀ ਫਰੀਦਕੋਟ ਵਾਲੀ ਸੜਕ 'ਤੇ, ਪੈਟਰੋਲ ਪੰਪ ਉਹਨਾਂ ਦਾ ਪਿੱਛੇ ਕੋਠੀ, ਭੁੱਲਰ ਉਹ ਵੀ ਕੋਚ ਇਹਦਾ ਵੀ। ਉਹ ਆਂਦੇ ਨੇ ਵੀ ਸਰਦਾਰ ਜੀ ਇੰਨਾ ਹਵਾ 'ਚ ਇਹਦਾ ਗੋਲਾ ਜਾਂਦਾ ਵਾ
ਵੀ ਇਹਦਾ ਹਰ ਵੇਲੇ ਮੂੰਹ ਚੱਲਦਾ ਰਹਿਣਾ ਚਾਹੀਦਾ। ਇੰਨੀ ਖੁਰਾਕ ਦਿੱਤੀ, ਬਹੁਤ ਅੱਖਾਂ ਮੀਟ ਕੇ ਮੱਝ ਰੱਖੀ ਤੇ ਬਾਲਟੀ ਮੂੰਹ ਨੂੰ ਲਾ ਲੈਂਦਾ ਸੀ, ਦੁੱਧ ਪੀ ਜਾਂਦਾ ਸੀ ਸਾਰਾ ਹੀ। ਤੇ ਬਦਾਮ ਦੂਮ ਹੋਰ ਮੱਛੀ ਓਵਨ 'ਚ ਰੱਖੀ, ਮੱਛੀ ਮੀਟ ਦਰਜਨ ਆਂਡਿਆਂ ਦੀ, ਕੇਲਿਆਂ ਦੀ, ਖੜਾ ਖਲੋਤਾ ਹੀ ਖਾ ਕੇ ਤੇ ਤੁਰ ਪੈਂਦਾ ਸੀ, ਗੋਲਾ ਸੁੱਟਣ ਜੋ ਜਾਂਦਾ ਸੀਗਾ। ਤੇ ਉਹ ਆਂਦਾ ਵੀ ਹਵਾ ਜੀ ਦਾ ਦਿਨੋਂ ਦਿਨ ਇਹਦਾ ਜਿਹੜਾ ਗੋਲਾ ਵਧੀ ਜਾਂਦਾ। ਰੇਲਵੇ ਵਾਲੇ ਵੀ ਇਹਦੇ ਮਗਰ ਫਿਰਨਗੇ ਤੇ ਪੁਲਿਸ ਵਾਲੇ ਘਰੋਂ ਅਫਸਰ ਹੋਏਗਾ। ਬੜਾ ਚਿਰ ਫਿਰ ਇਤਨਾ ਇਹ ਫਿਰ ਫਲੋਰ ਚਲੇ ਗਏ ਕੋਰਸ ਤੇ ਮੈਂ ਇਕੱਲੀ ਹਾਂ ਇੱਥੇ। ਬਾਅਦ 'ਚ ਉਹ ਕਹਿੰਦਾ ਵੀ ਲੱਤਾਂ ਦੀ ਜਿਮ, ਲੱਤਾਂ ਦੇ ਘੁੰਮ ਕੇ ਗੋਲਾ ਸੰਗਲੀ ਵਾਲਾ ਸੁੱਟਦਾ ਸੀਗਾ। ਕੋਚ ਨੇ ਕਿਹਾ ਵੀ ਇਹਦੀਆਂ ਲੱਤਾਂ 'ਚ ਜਾਨ ਜ਼ਿਆਦਾ ਹੋਣੀ ਚਾਹੀਦੀ ਆ ਤੇ ਤੂੰ ਜਿਮ ਜੈਪਾਲ ਜਾਇਆ ਕਰ। ਫਿਰ ਇਹਨਾਂ ਨੂੰ ਪੁੱਛਿਆ ਤੇ ਸਾਡੇ ਲਾਗੇ ਸ਼ੀਨੇ ਦੀ ਸੀਗੀ, ਵਕੀਲ ਹੀ ਸ਼ੀਨਾ, ਤੇ ਉਹਦੀ ਜਿਮ ਹੀ ਸਾਡੇ ਮਹੱਲੇ 'ਚ ਹੀ, ਉੱਥੇ ਜਾਣ ਲੱਗ ਪਿਆ। ਉੱਥੋਂ ਹੀ ਫਿਰ ਉੱਥੋਂ ਹੀ ਜਦੋਂ ਵੇਖਿਆ ਉਹ ਵੀ ਹੁਣ ਪੂਰੇ ਹੋ ਗਏ, ਥਾਣੇਦਾਰ ਸੀਗਾ ਤੇ ਡਿਓੜਾ ਤੇ ਗਾਂਵ ਦਾ ਮੁੰਡਾ ਸੀਗਾ। ਜਦੋਂ ਉਹਨੂੰ ਡਿਓੜੇ ਨੂੰ ਪਤਾ ਲੱਗਾ ਵੀ ਪਿਓ ਵੀ ਅਫਸਰ ਆ ਤੇ ਗਾਂ ਮੁੰਡਾ ਵੀ ਅਫਸਰ ਹੋ ਜਾਊਗਾ ਤੇ ਇਹਨਾਂ ਦੀ ਬੱਲੇ ਬੱਲੇ ਹੋਊ ਤੇ ਇਹਨੂੰ ਪੱਟ। ਉਹ ਤਾਂ ਭੈਣ ਹੀ ਲੁਧਿਆਣੇ ਤੇ ਉਹਨਾਂ ਦਾ ਸਿਨੇਮਾ ਸੀਗਾ। ਇਹਨਾਂ ਦੇ ਪਲਾਟ ਦਾ ਕੋਈ ਲੈਣਾ ਦੇਣਾ ਸੀ ਤੇ ਦੋਵੇਂ ਆਪਸ ਵਿੱਚ ਮਾਮਾ ਭਨੇਵਾਂ ਲੜੇ ਤੇ ਮਾਮੇ ਨੇ ਭਨੇਵੇਂ ਦੀ ਪੱਗ ਲਾਹਤੀ। ਤੇ ਇਹ ਆਪਣੇ ਮੁੰਡੇ ਨੂੰ ਕਹਿੰਦਾ ਸੀਗਾ ਵੀ ਤੂੰ ਤੇਰੇ ਪਿਓ ਦੀ ਪੱਗ ਲਾਈ ਹੈ ਤੇ ਪੱਗ ਦਾ ਬਦਲਾ ਲੈ। ਉਹਨੂੰ ਮਾਰਦਾ ਕੁੱਟਦਾ ਸੀ ਆਪਣੇ ਮੁੰਡੇ। ਉਹ ਵੀ ਹੈਪੀ ਵੀ ਪੂਰਾ ਹੋ ਗਿਆ, ਛੇਰੇ ਨੇ ਮਾਰਤਾ ਸੀ ਘੁੰਮਣ ਨੇ। ਮੁੜ ਕੇ ਫਿਰ ਇੰਨੇ ਮੁੰਡੇ ਗੰਢੇ ਜੱਟਾਂ ਦੇ ਮੁੰਡੇ ਦਲੇਰ ਹੁੰਦੇ ਆ ਤੇ ਚੱਲ ਉੱਥੇ ਝੂਠ ਮਾਰ ਕੇ ਲੈ ਗਿਆ, ਮਾੜਾ ਮੋਟਾ ਹੀ ਕਰਨਾ। ਤੇ ਉਹਨਾਂ ਦਾ ਨਾ ਇਹਦੀ ਡਿਓੜੇ ਦੀ ਸਕੀ ਭੈਣ ਦਾ ਪੋਤਰਾ ਚੁੱਕ ਲਿਆ ਉੱਥੋਂ, ਜਿਹਦਾ ਨਾਮ ਚਿਰਾਗ ਸੀਗਾ। ਜਿਹੜਾ ਸਭ ਤੋਂ ਪਹਿਲਾ ਕਾਂਡ ਜੈਪਾਲ ਨੇ ਉਹ ਕੀਤਾ। ਬਾਤ ਹੁੰਦੀ ਹੈ 4-5 ਮੁੰਡੇ ਸੀ, 3-4 ਸੀ ਤੇ ਤੇ ਉੱਥੋਂ ਫਿਰ ਕਹਿੰਦਾ ਮੈਂ ਅੰਮ੍ਰਿਤਸਰ ਮੇਰੇ ਨਾਲ ਕਿ ਮੈਂ ਖੜਨਾ। ਉੱਥੇ ਖੜਿਆ ਨਾ ਤੇ ਇੱਥੇ ਮੇਰੀ ਇਕੱਲੀ ਭਰਜਾਈ ਇੱਕ ਰੰਡੀ ਸੀਗੀ ਤੇ ਬਾਕੀ ਸਾਰੇ ਬਾਹਰ ਸੀ ਤਰਨ ਤਾਰਨ। ਇਹ ਬੱਚਾ ਲੈ ਕੇ ਉੱਥੇ ਚਲਾ ਗਿਆ ਤੇ ਉੱਥੇ ਜਾ ਕੇ ਇਹਨੇ ਝੂਠ ਮਾਰਿਆ। ਕਹਿੰਦਾ ਵਾ ਵੀ ਉਹ ਅੰਕਲ ਦੇ ਨਾਲ ਨਾ ਉਹਨਾਂ ਦੀ ਲੜਾਈ ਹੋ ਗਈ ਆ ਤੇ ਅੰਕਲ ਨੇ ਬੱਚਾ ਚੁਕਾਇਆ ਵਾ ਤੇ ਕੋਈ ਗੱਲ ਨਹੀਂ 2-4 ਦਿਨ ਰੱਖਣਾ। ਇਹਨੇ ਫਿਰ ਧੋਖਾ ਕੀਤਾ। ਇਹਨੇ ਆਣ ਕੇ ਤੇ ਮੁਕਤਸਰ ਆਣ ਕੇ ਤੇ ਕਹਿ ਤਾ ਮੇਰੀ ਨਾੜ ਫੁੱਲਦੀ। ਉੱਥੇ ਇਹਨੇ ਆਪਰੇਸ਼ਨ ਕਰਾ ਲਿਆ। ਇਹ ਗਿਆ ਨਾ ਉੱਥੇ, ਉਹ ਬੜਾ ਦਿਨ ਉੱਥੇ ਬੈਠੇ ਰਹੇ ਤੇ ਡੀਕ ਰਹੇ। ਬੱਚਾ ਇਹਨਾਂ ਦੇ ਕੋਲ ਸੀ ਉੱਥੇ ਹੀ ਤਰਨਤਾਰਨ। ਉਸ ਤੋਂ ਬਾਅਦ ਇਹਨੇ ਸੋਚਿਆ ਵੀ ਉਹ ਤੇ ਆਇਆ ਨਹੀਂ ਗਾ ਤੇ ਆਪਾਂ ਨਾ ਦਰਬਾਰ ਸਾਹਿਬ ਬੱਚਾ ਛੱਡ ਦਿੰਦੇ ਆ ਕਿ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਜੇ ਤੇ ਨਾਲ ਹੀ ਉਹ ਤੇ ਆਪ ਆਇਆ ਨਹੀਂ ਗਾ। ਉੱਥੋਂ ਫਿਰ ਜਦੋਂ ਆਉਣ ਲੱਗਾ ਤੇ ਗੱਡੀ ਵਿੱਚ ਨਹੀਂ ਹੈਗਾ ਤੇਲ ਤੇ ਤੇਲ ਲੈਣ ਜਾਣ ਡਿਆ ਸੀ, ਨਾਲ ਹੀ ਸਾਹਮਣੇ ਪੈਟਰੋਲ ਪੰਪ ਸੀ। ਉੱਥੋਂ ਫਿਰ ਇਹਨੇ ਆਪ ਹੀ ਡਿਓੜੇ ਨੇ ਜਾ ਕੇ ਤੇ ਦੱਸਤਾ ਪੁਲਿਸ ਨੂੰ ਵੀ ਬੱਚਾ ਉੱਥੇ ਜੈਪਾਲ ਦੇ ਨਾਨਕੇ ਆ। ਤੇ ਉੱਥੋਂ ਫਿਰ ਲੁਧਿਆਣੇ ਦੀ ਪੁਲਿਸ ਆਈ, ਕੁਛ ਇੱਥੇ ਆਈ, ਕੁਛ ਉੱਥੇ ਗਈ। ਬਸ ਉਹ ਦਿਨ ਜਾਵੇ ਤੇ ਅੱਜ ਦਾ ਆਵੇ। ਜੈਪਾਲ ਫੜਿਆ ਗਿਆ। 3-4 ਸਾਲ ਇਹ ਲੁਧਿਆਣੇ ਉਸੇ ਕੇਸ ਮਹਾਂ ਹੀ ਨਿਬੇੜਿਆ। ਫਿਰ ਸ਼ੁਕਰ ਕੀਤਾ ਘਰ ਲੈ ਆਂਦਾ। ਉਸੇ ਜੇਲ੍ਹ ਦੇ ਵਿੱਚ ਮੈਂ ਸੁਣਿਆ ਵੀ ਇਹਦੇ ਜੇਲ੍ਹ 'ਚ ਲਿੰਕ ਬਣ ਗਏ। ਫਿਰ ਬਸ ਇੱਥੋਂ ਫਿਰ ਬਣਦੇ ਬਣੀ ਗਏ। ਤੁਸੀਂ ਦੌੜੇ ਦੀ ਗੱਲ ਕਰਦੇ, ਤੁਸੀਂ ਹੈਪੀ ਦੌੜੇ ਦੀ ਗੱਲ ਕਰਦੇ ਜੀ? ਮਤਲਬ ਹੈਪੀ ਦੌੜੇ ਨਾਲ ਇਹਦੀ ਬਣਦੀ ਸੀ ਆਪਸ 'ਚ? ਪਹਿਲੋਂ ਤਾਂ ਦੋਸਤ ਹੀ ਤੇ ਆ ਜਿਹੜਾ ਗਲਤ ਕੰਮ ਉਹਦੇ ਪਿਓ ਨੇ ਕਰਵਾਇਆ ਉਹ ਗਲਤ ਕਰਾਇਆ। ਪਿਓ ਮੁੰਡਾ ਨਹੀਂ ਮਾੜਾ, ਪਿਓ ਮਾੜਾ ਸੀਗਾ। ਪਿਓ ਨੇ ਆਖਿਆ ਵੀ ਤੂੰ ਬਦਲਾ ਲੈ ਮੇਰੀ ਪੱਗ ਦਾ, ਮੇਰੇ ਭਨੇਵਿਆਂ ਤੋਂ। ਤੇ ਉੱਥੋਂ ਅੱਛਾ, ਮਤਲਬ ਜਿੱਦ ਦੇ ਵਿੱਚ ਹੀ ਫਿਰ ਇਹਨੇ ਉਹ ਮੁੰਡਾ ਚੱਕਿਆ? ਇਹਨੇ ਨਹੀਂ ਚੁੱਕਿਆ, ਉਹ ਹੈਪੀ ਨੇ ਨਾਲ, ਹੈਪੀ ਦੇ ਨਾਲ ਮਦਦ ਵਾਸਤੇ ਗਏ ਸੀ। ਹੈਪੀ ਦੌੜੇ ਨੇ ਉਹ ਮੁੰਡਾ ਗਵਾਹ ਕੀਤਾ ਸੀ ਤੇ ਮਦਦ ਵਾਸਤੇ ਨਾਲ ਗਿਆ ਸੀ। ਉਸੇ ਕੇਸ 'ਚ ਫਸ ਗਿਆ। ਫਸਣ ਤੋਂ ਬਾਅਦ ਜੇਲ੍ਹ ਚਲੇ ਗਿਆ। ਜੇਲ੍ਹ ਦੇ ਵਿੱਚ ਇਹਦੇ ਲਿੰਕ ਬਣ ਗਏ। ਇੱਥੋਂ ਇਹ ਪੈਰ ਧਰਦਾ। ਫਿਰ ਆ ਗਿਆ। ਫਿਰ 6 ਮਹੀਨੇ ਘਰ ਵੀ ਰਿਹਾ ਵਾ। ਫਿਰ SSP ਇੱਥੇ ਬੜਾ ਚੰਗਾ ਸੀ ਸਾਡੇ ਫਿਰੋਜ਼ਪੁਰ। ਫਿਰ ਉੱਥੇ ਲੈ ਕੇ ਗਏ ਆ ਵੀ ਹੁਣ ਨਹੀਂ। ਮੁੜ ਕੇ ਘਰ 6 ਮਹੀਨੇ ਰਿਹਾ ਤੇ ਮੁੜ ਕੇ ਫਿਰ ਇਹਨੇ ਰੋਕੀ ਨੇ ਖਹਿੜਾ ਨਹੀਂ ਛੱਡਿਆ। ਜਦੋਂ ਘਰੇ ਆਇਆ ਜੀ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਉਹਨੂੰ ਸਮਝਾਇਆ ਵੀ ਨਾ ਪੁੱਤ ਤੂੰ ਨਾ? ਘਰੇ ਰਹਿੰਦਾ ਸੀ, ਕਿਤੇ ਬਾਹਰ ਨਹੀਂ ਨਿਕਲਦਾ। ਮੁੰਡਾ ਵੀ ਕੋਈ ਆਉਂਦਾ ਸੀ, ਕਹਿੰਦੇ ਕੋਈ ਮੁੰਡਾ ਵੀ ਨਹੀਂ ਆਉਣਾ ਚਾਹੀਦਾ। ਇਹਨਾਂ ਦਾ ਸੁਭਾਅ ਬੜਾ ਕੌਲ ਸੀਗਾ ਤੇ ਘਰ ਆਇਆ ਵਧੀਆ ਰਿਹਾ। ਮੁੜ ਕੇ ਜਦੋਂ ਵੇਖਿਆ ਵੀ ਉਹ ਤੇ ਸਾਡੇ ਗੇਟ ਅੱਗੋਂ ਦੀ ਗੰਨਾ ਸੀ ਕੋਲ ਤੇ ਲਲਕਾਰੇ ਮਾਰਦੇ ਫਿਰਦੇ, ਜੀਬਾਂ ਤੇ ਆਉਂਦੇ ਸੀ ਰੋਕੀ ਹੋਣੀ। ਰੋਕੀ ਦਾ ਇਹਦੇ ਨਾਲ ਕਿੱਥੋਂ ਦੁਸ਼ਮਣੀ ਸ਼ੁਰੂ ਹੁੰਦੀ ਹੈ? ਇਹ ਦੋਵੇਂ ਇਕੱਠੇ ਫੇਰ ਜੇਲ੍ਹ 'ਚ ਰਹੇ ਨਾ ਦੋਵੇਂ ਜਾਣੇ। ਉਸੇ 'ਚ ਉੱਥੋਂ ਹੀ ਰੋਕੀ ਦੇ ਨਾਲ ਬਸ ਇਹ ਹੋ ਗਿਆ। ਪਹਿਲਾਂ ਦੋਸਤੀ ਪਈ ਵੀ ਉੱਥੇ ਹੀ ਦੁਸ਼ਮਣੀ ਹੋ ਗਈ। ਇੰਨਾ ਪਿਆਰ ਸੀ ਦੋਵਾਂ ਦਾ ਬਹੁਤ ਜ਼ਿਆਦਾ। ਜਦੋਂ ਛੁੱਟਿਆ ਨਾ, ਜਿੱਥੋਂ ਇਹ ਜ਼ਿਆਦਾ ਗੱਲ ਵਧੀ ਆ ਤੇ ਇਹਨੇ ਆਖਿਆ ਵੀ ਗੱਡੀ ਚਾਹੀਦੀ ਹੈ, 300 ਗੱਡੀ ਚਾਹੀਦੀ ਹੈ। ਜਦੋਂ ਮੈਂ ਇਹ ਜੇਲ੍ਹ ਵਿੱਚੋਂ ਇਹ ਹਰਿਆ ਹੋਇਆ ਫਿਰੋਜ਼ਪੁਰ ਵਾਲੀ 'ਚੋਂ
ਤੇ 300 ਗੱਡੀ ਚਾਹੀਦੀ ਆ ਤੇ 100 ਇੱਥੋਂ ਛੋਟੇ ਨੇ ਕੀਤੀ, ਅੰਮ੍ਰਿਤ ਨੇ, ਫਿਰ ਜੈਪਾਲ ਨੇ ਚੰਡੀਗੜ੍ਹੋਂ ਲੁਧਿਆਣਿਓਂ ਕਹਿ ਕੇ ਤੇ ਸਾਰੇ ਮੁੰਡੇ ਵੀ ਚੰਗੇ ਘਰਾਂ ਦੇ ਆਏ ਗੱਡੀਆਂ। ਜਦੋਂ ਰੌਕੀ ਰਿਹਾ ਹੋਇਆ, ਰੌਕੀ ਨੇ ਕਿਹਾ ਵੀ ਮੈਨੂੰ ਜਾਣ ਤੇ ਵੀ ਮੈਨੂੰ ਸ਼ਾਨਦਾਰ ਤਰੀਕੇ ਨਾਲ ਲੈ ਕੇ ਜਾਣਾ, ਵੀ ਮੈਂ ਇਲੈਕਸ਼ਨ ਲੜਨੀ ਆ ਤੇ ਉਹ ਇਲੈਕਸ਼ਨ ਕਰਕੇ ਤੇ ਇੱਥੋਂ ਜਦੋਂ ਵੇਖਿਆ ਵੀ ਜੈਪਾਲ ਨੇ ਜੇਲ੍ਹ 'ਚੋਂ ਇੰਨੀਆਂ ਗੱਡੀਆਂ ਮੰਗਾ ਲਈਆਂ ਤੇ ਇਹਨੇ ਹੈਪੀ ਨੇ ਤੇ ਇਹਨੇ ਰੌਕੀ ਨੇ ਇੱਥੋਂ ਟੈਕਸੀਆਂ ਕਹੀਆਂ, ਇਹਨਾਂ ਵੀ 100 ਕੁ ਟੈਕਸੀ ਕਹੀ ਤੇ ਜੈਪਾਲ ਦੀਆਂ 300 ਗੱਡੀ ਆਈ ਲੁਧਿਆਣਿਓਂ ਤੇ ਚੰਡੀਗੜ੍ਹੋਂ। ਜਦੋਂ ਇਹਨੇ ਵੇਖਿਆ ਵੀ ਜੈਪਾਲ ਦੇ ਮਗਰ ਬਹੁਤ ਜਾਣੇ ਆ, ਮੁੰਡੇ ਬੜੇ ਆਏ, ਚੰਗੇ ਘਰਾਂ ਦੇ ਮੁੰਡੇ ਹੀ ਸਾਰੇ, ਉਦੋਂ ਹੀ ਬਸ ਇਹ ਬੇਈਮਾਨ ਹੋ ਗਿਆ ਵੀ ਜੈਪਾਲ ਨੂੰ ਮਾਰ ਕੇ ਤੇ ਇਹਦੀ ਥਾਂ ਮੈਂ ਲੈ ਲਾਂ। ਬਸ ਉੱਥੋਂ ਹੀ ਇਹ ਜੈਪਾਲ ਦੇ ਮਗਰ ਪੈ ਗਿਆ। ਜਦੋਂ ਇਹ ਥੋੜ੍ਹੀਆਂ ਸੀਟਾਂ 'ਤੇ ਹਾਰਿਆ ਸੀ, ਜਿੱਤ ਹੀ ਚੱਲਿਆ ਸੀਗਾ, ਥੋੜ੍ਹਿਆਂ 'ਚੋਂ ਹਾਰਿਆ ਸੀਗਾ, ਬਸ ਫਿਰ ਤੇ ਇੰਨਾ ਦੁਸ਼ਮਣ ਬਣ ਗਿਆ ਰੌਕੀ, ਕੋਈ ਹਿਸਾਬ ਨਾ। ਇਹਨਾਂ ਕਿਹਾ ਵੀ ਅਸੀਂ ਚਲ ਗੁਰਦੁਆਰੇ ਚੜ੍ਹ ਜਾਂਦੇ ਆ, ਤੂੰ ਵੀ ਚੜ੍ਹ ਤੇ ਅਸੀਂ ਵੀ, ਤੇ ਨਾ ਤੂੰ ਸਾਡਾ ਨੁਕਸਾਨ ਕਰ ਤੇ ਨਾ ਅਸੀਂ ਤੇਰਾ ਕਰਦੇ ਆ। ਪਰ ਉਹ ਨਹੀਂ ਮੰਨਦਾ, ਉਹ ਹਟਦਾ ਹੀ ਨਹੀਂ, ਕਹਿੰਦਾ ਨਹੀਂ ਮੈਂ। ਪਰ ਮਗਰੋਂ ਆ ਕੇ ਗੱਲ ਪਤਾ ਲੱਗੀ ਹੈ ਜੀ, ਜਦੋਂ ਰੌਕੀ ਦਾ ਕਤਲ ਹੋਇਆ ਤਾਂ ਕਹਿੰਦੇ ਉਹ ਜੈਪਾਲ ਨੇ ਕੀਤਾ। ਇਹ ਗੱਲ ਦਾ ਤੁਹਾਨੂੰ ਸੀਗੀ ਭਣਕ ਕੋਈ, ਜਾਂ ਉਦੋਂ ਬਾਅਦ ਤੁਹਾਨੂੰ ਮਿਲਿਆ ਸੀ, ਜਾਂ ਇਹ ਗੱਲ ਦੀ ਤੁਸੀਂ ਮੰਨਦੇ ਹੋ ਵੀ ਉਹਨੇ ਕੀਤਾ? ਨਹੀਂ, ਇਹ ਤਾਂ ਸਾਰੇ ਪਤਾ ਲੱਗ ਗਿਆ ਵੀ ਜੈਪਾਲ ਨੇ ਕੀਤਾ ਵਾ। ਉਹ ਜੈਪਾਲ ਦੇ ਮਗਰ ਹੀ, ਜੈਪਾਲ ਉਹਦੇ ਮਗਰ ਹੀਗਾ। ਇਹ ਫਿਰ ਇੱਕ ਦੂਜੇ ਦੇ ਮਗਰ ਲੱਗੇ ਫਿਰਦੇ ਵੀ ਪਤਾ ਨਹੀਂ ਕਿੰਨੇ ਵਿੱਚੋਂ ਮਰਨਾ ਤੇ ਕਿੰਨੇ ਰਹਿਣਾ ਵਾ। ਉਹ ਵੀ ਪੂਰਾ ਉਹਦੇ ਨਾਲ ਤੇ ਗਨਮੈਨ ਮਿਲੇ ਸੀਗੇ, ਬਾਦਲ ਨੇ ਦਿੱਤੇ ਸੀ, ਸੁਖਬੀਰ ਨੇ, ਤੇ ਅਸਲਾ ਵੀ ਬੜਾ ਦਿੱਤਾ ਸੀਗਾ, ਤੇ ਨਾਲ ਵੀ ਇਹ ਇਕੱਲਾ ਸੀਗਾ। ਇਹ ਕਹਿੰਦਾ ਵੀ ਚੱਲ ਹੁਣ ਜਦੋਂ ਰੌਕੀ ਨੂੰ ਵੀ ਇਹਨੇ ਤਾਂ ਹੀ ਮਾਰਿਆ ਵੀ, ਨਹੀਂ ਤਾਂ ਉਹ ਇਹਨੂੰ ਮਾਰ ਦਿੰਦਾ। ਹਾਂ, ਉਹਨੇ ਮਾਰ ਦੇਣਾ ਸੀਗਾ, ਇੱਕ ਨੇ ਮਰਨਾ ਸੀ, ਦੋਵਾਂ 'ਚ ਭਾਵੇਂ ਇਹ ਮਰਦਾ ਤੇ ਭਾਵੇਂ ਉਹ ਮਰਦਾ। ਅੱਛਾ, ਮਤਲਬ ਆਖਰੀ ਵਾਰੀ ਕਿਉਂਕਿ ਮਾਂ ਪੁੱਤ ਨੂੰ ਤਾਂ ਮਿਲਦੇ ਰਹਿੰਦੇ ਹੈ ਨਾ, ਪੁੱਤ ਕਦੇ ਬਾਹਰ ਪੁੱਤ ਹੋਵੇ ਉਹਦੇ ਮਨ ਦੇ ਵਿੱਚ ਕਦੇ ਤਾਂ ਆ ਹੀ ਜਾਂਦਾ, ਚੱਲ ਯਾਰ ਆਪਦੀ ਮਾਂ ਨੂੰ ਤਾਂ ਮਿਲਿਆ ਵਾ। ਕਦੋਂ ਮਿਲਿਆ ਸੀ ਆਖਰੀ? ਕਿਤੇ ਵੀ ਨਹੀਂ ਮਿਲਿਆ, ਨਾ ਕਿਤੇ ਫੋਨ, ਤਰਸਣ ਡਏ ਹਾਂ ਅੰਨਿਆਂ ਦਾ ਬਦਾ ਨਿਬੜੇ, ਕਿਤੇ ਤੇ ਪੇਸ਼ ਹੀ ਹੋ ਜੇ। ਇਹ ਵੀ ਬੜਾ ਆਂਦੇ ਸੀ ਪੇਸ਼ ਹੋ ਜੇ। ਫਿਰ DGP ਰੋੜਾ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਉੱਥੇ ਚੰਡੀਗੜ੍ਹ, ਇਹ ਗਏ ਸਰਦਾਰ ਹੁਣ, ਇਹਨਾਂ ਦੀ 3 ਘੰਟੇ ਆਪਸ ਵਿੱਚ ਗੱਲ ਹੁੰਦੀ ਰਹੀ DGP ਨਾਲ। ਤੇ ਉਹ ਵੀ ਵੇਖ ਕੇ ਉਹ ਵੀ ਪੁੱਛਣ ਲੱਗ ਪਿਆ ਵੀ ਜਿਸ ਤਰ੍ਹਾਂ ਦੇ ਤੁਸੀਂ ਜਵਾਨ ਜੀ ਇਸ ਤਰ੍ਹਾਂ ਹੀ ਜੈਪਾਲ ਹੁੰਦੇ। ਫਿਰ ਉਹਦਾ ਮੈਂ ਸਹੁੰ ਦਿੰਦਾ ਵਾਂ ਤੇ ਮੈਂ ਇਹ ਚੁੱਕਦਾ ਵਾਂ ਸਾਰਾ ਆਪਣੇ ਜ਼ਿੰਮੇ ਤੇ। DGP ਰੋੜੇ ਨੇ ਕਿਹਾ ਵੀ ਤੁਸੀਂ ਜੈਪਾਲ ਨੂੰ ਪੇਸ਼ ਕਰਾ ਦਿਓ। ਕਹਿੰਦੇ ਜਦੋਂ ਮੈਨੂੰ ਪਤਾ, ਇੱਕ ਵਾਰੀ ਇਹਨਾਂ ਚੰਡੀਗੜ੍ਹੋਂ ਫੜਾ ਵੀ ਦਿੱਤਾ ਸੀਗਾ। ਇਹ ਤੇ ਆਪ ਬੜੇ ਕਾਲੇ ਸੀਗੇ ਵੀ ਮੈਂ ਜੈਪਾਲ ਨੂੰ ਫੜਾਵਾਂ ਤੇ ਚੱਲ ਜੈਪਾਲ ਪੇਸ਼ ਹੋਵੇ ਤੇ ਕੰਮ ਨਿਬੜੇ ਘਰ ਨੂੰ ਆਵੇ। ਫਿਰ ਉੱਥੇ ਵੀ ਉਹਨੇ ਜਦੋਂ DGP ਰੋੜੇ ਨੇ ਕਿਹਾ ਤੇ ਕਹਿੰਦੇ ਮੈਂ ਜਦੋਂ ਮੈਨੂੰ ਪਤਾ ਲੱਗਾ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਤੇ ਮੈਂ ਫੜਾ ਦੂੰਗਾ। ਇਹ ਫੜਾਉਂ ਜਦੋਂ ਇਹਨਾਂ ਨੇ ਫੜਾਤਾ ਸੀ ਫਿਰ ਉਦੋਂ ਫਿਰ ਨਿਕਲ ਗਿਆ, ਇੱਕ ਵਾਰੀ ਫੜਾਇਆ ਫਿਰ ਨਿਕਲ ਗਿਆ। ਤੁਸੀਂ ਹੱਕ ਸੀਗੇ ਵੀ ਪੁਲਿਸ ਕੋਲੇ ਪੇਸ਼ ਹੋ ਜੇ, ਹੋਰ ਨਹੀਂ ਤਾਂ ਅਸੀਂ ਦੋਵੇਂ ਜੀ ਇਹੋ ਕਹਿੰਦੇ ਹਾਂ ਵੀ ਪੇਸ਼ ਹੋ ਜੇ ਤੇ ਚੱਲ ਕੋਈ ਨਹੀਂ, ਜੇਲ੍ਹ 'ਚ ਹੋਊਗਾ ਆਪੇ, ਚੱਲ 10 ਸਾਲ 20 ਸਾਲ ਬਾਅਦ ਆ ਜਾਏਗਾ ਘਰ, ਕੋਈ ਗੱਲ। ਮੈਂ ਤਾਂ ਕਦੋਂ ਆਖਰੀ ਵਾਰੀ ਕਦੋਂ ਤੁਹਾਡੇ ਕੋਲ ਮਿਲਿਆ ਸੀ, ਜਦੋਂ ਉਹਨੂੰ ਤੁਸੀਂ ਸਾਹਮਣੇ ਖੜੇ ਨੂੰ ਵੇਖਿਆ? ਨਹੀਂ, ਅਸੀਂ ਨਹੀਂ ਵੇਖਿਆ, ਫੋਟੋ ਤੇ ਹੀ ਵੇਖਦੇ। ਜਦੋਂ ਕੋਈ ਵਾਰਦਾਤ ਹੁੰਦੀ ਸੀ ਤੇ TV ਤੇ ਵੇਖਦੇ ਹਾਂ ਇਹਨੂੰ ਵੀ ਆਹ ਵਾਰਦਾਤ ਹੋਈ ਹੈਗੀ। ਉਸ ਤਰ੍ਹਾਂ ਨਹੀਂ, ਕਿਤੇ ਨਹੀਂ, ਨਾ ਮਿਲਿਆ ਨਾ ਫੋਨ। ਜਦੋਂ ਤਾਂ ਇਹ ਬਸ ਇੱਕ ਦੁਨੀਆ 'ਚ ਆਇਆ, ਇਹ ਨਹੀਂ ਘਰੇ ਨਹੀਂ ਮੁੜਿਆ, ਮੁੜ ਕੇ ਵੜਿਆ ਹੀ ਨਹੀਂ, ਘਰ ਨਹੀਂ ਵੜਿਆ, ਵੇਖਿਆ ਹੀ ਨਹੀਂ ਇਹਨੇ ਘਰ ਵੱਲ। ਕਦੀ ਗੱਲ ਵੀ ਨਹੀਂ ਕੀਤੀ ਜੀ ਤੁਹਾਡੇ ਨਾਲ, ਕਦੇ ਗੱਲਬਾਤ? ਗੱਲ ਕਰਦਾ ਤਾਂ ਅਸੀਂ ਫੜਾ ਨਾ ਦਿੰਦੇ। ਮਤਲਬ ਵੀ ਪਤਾ ਸੀਗਾ ਵੀ ਜੇ ਮੈਂ ਗੱਲ ਕੀਤੀ ਮੇਰੇ ਪਿਓ ਨੇ ਫੜਾ ਦੇਣਾ ਮੈਨੂੰ, ਜਾਂ ਮੈਂ ਮਿਲਿਆ ਤਾਂ ਵੀ ਫੜਾ ਦੇਣਾ। ਇਹ ਇਹੋ ਜਿਹੇ ਅਫਸਰ ਨਹੀਂ, ਬਹੁਤ ਚੰਗੇ ਅਫਸਰ ਹੀ ਸੀਗੇ ਵੀ ਇਹ ਨਹੀਂ ਇਹੋ ਜਿਹੇ ਕੰਮ ਤੇ ਹੱਕ 'ਚ। ਕਿਸੇ ਰਾਹੀਂ ਕੋਈ ਕਦੇ ਸੁਨੇਹਾ ਲਾਇਆ ਹੋਵੇ ਜਾਂ ਪੁੱਛਿਆ, ਹਾਲ ਚਾਲ ਪੁੱਛਿਆ ਹੋਵੇ, ਤੁਹਾਨੂੰ ਪਤਾ ਲੱਗਿਆ ਹੋਵੇ ਵੀ ਜੈਪਾਲ ਠੀਕ ਹੈ ਜਾਂ ਸਾਡੇ ਬਾਰੇ ਪੁੱਛਦਾ, ਸਾਡਾ ਫਿਕਰ ਕਰਦਾ? ਨਾ ਕਿਤੇ ਨਹੀਂ, ਆਪ ਹੀ ਕਹੀਦਾ ਸੀਗਾ ਵੀ ਜਿੱਥੇ ਵੀ ਹੈਗਾ ਰਾਜੀ ਰਵੇ, ਚੱਲ ਪੇਸ਼ ਹੋ ਜੇ। ਇਹੋ ਹੀ ਕਹੀ ਜਾਂਦੇ ਹਾਂ ਦੋਵੇਂ ਜੀ, ਇਕੱਲੇ ਅਸੀਂ ਰਹਿੰਦੇ ਹਾਂ, ਸਾਨੂੰ ਤੇ ਆਪ ਬੜਾ ਔਖਾ ਸੀ। ਇਹੋ ਨੇ ਜੈਪਾਲ ਪੇਸ਼ ਹੋ ਜਾ ਕਿਤੇ, ਜਿੱਥੇ ਵੀ ਹੈਗਾ ਪੇਸ਼ ਹੋ ਜਾ। ਜਿਹੜਾ ਸੀਗਾ ਆਪਣਾ ਸ਼ੇਰਾ ਖੁੱਬਣ, ਉਹਦੇ ਨਾਲ ਇਹਦੀ ਕਿਵੇਂ ਦੀ ਦੋਸਤੀ ਸੀ? ਸ਼ੇਰਾ ਖੁੱਬਣ ਆਉਂਦਾ ਹੁੰਦਾ ਸੀ ਘਰੇ ਆਪਣੇ? ਹਾਂ, ਇੱਥੇ ਆਉਂਦਾ ਰਿਹਾ, ਇਕੱਠੇ ਗੇਮ ਕਰਦੇ ਸੀਗੇ ਉਹ, ਦੋਵੇਂ ਇਕੱਠੇ ਪੜ੍ਹਦੇ ਸੀਗੇ। ਉਹ ਇੱਥੇ ਕਿਰਾਏ 'ਤੇ ਰਹਿੰਦਾ ਸੀ ਉਦੋਂ ਇਹ ਇਕੱਠੇ ਪੜ੍ਹਦੇ, ਇਕੱਠੇ ਸਕੂਲ ਜਾਂਦੇ ਛੋਟੇ ਉਦੋਂ 8ਵੀਂ 'ਚ ਹੀ ਦੋਵੇਂ ਜਾਣੇ ਜਦੋਂ ਇਹ ਸ਼ੁਰੂ 'ਚ ਪੜ੍ਹਨ ਲੱਗੇ ਆ। ਤੇ ਬੜਾ ਪਿਆਰ ਸੀ ਇਹਨਾਂ ਦਾ ਆਪਸ ਵਿੱਚ, ਬਹੁਤ ਹੀ ਜ਼ਿਆਦਾ। ਉਹ ਆਉਂਦਾ ਸੀ ਇੱਥੇ ਰੋਜ਼, ਰੋਜ਼ਾਨਾ ਹੀ ਸ਼ੇਰਾ ਆਉਂਦਾ ਸੀ ਘਰ। ਇਹਨਾਂ ਦੀ ਆਪਸ ਤਾਂ ਨਹੀਂ ਕਦੇ ਵੀ ਕਿਸੇ ਟਾਈਮ ਦੁਸ਼ਮਣੀ ਰਹੀ? ਨਾ ਇਹਨਾਂ ਦੀ ਕਿਤੇ ਨਹੀਂ ਸੀ। ਇਹ ਤਾਂ ਬਹੁਤ ਹੀ, ਇਹ ਤੇ +2 ਤੱਕ ਇੰਨੇ ਵਧੀਆ ਇਹਨਾਂ ਦਾ ਦੋਵਾਂ ਦਾ ਰਿਹਾ, ਬਾਅਦ 'ਚ ਵੀ ਕੋਈ ਗੱਲ ਨਹੀਂ ਇਹੋ ਜਿਹੀ।
ਉਹਦਾ ਸ਼ੇਰਾ ਖੁੱਬਨ ਦੇ ਫਾਦਰ ਸਾਹਿਬ ਵੀ ਕਹਿੰਦੇ ਆ ਵੀ ਸਾਡਾ ਮੁੰਡਾ ਵੀ ਬਹੁਤ ਹੋਣਹਾਰ ਸੀ, ਪਤਾ ਹੀ ਨਹੀਂ ਲੱਗਿਆ ਕਦੋਂ ਇਹ ਉਸ ਦੁਨੀਆ 'ਚ ਚਲੇ ਗਿਆ। ਕੋਈ ਪਤਾ ਹੀ ਨਹੀਂ, ਉਹ ਤਾਂ ਜਿਸ ਤਰ੍ਹਾਂ ਸਾਡਾ ਇਕੱਠੇ ਗਏ ਆ ਜੁਰਮ ਦੀ ਦੁਨੀਆ 'ਚ। ਜਦੋਂ ਇਹ ਵੇਖ ਲਓ ਜਿਸ ਤਰ੍ਹਾਂ ਸਾਡਾ ਗਿਆ ਇਸ ਤਰ੍ਹਾਂ ਹੀ ਸ਼ੇਰਾ ਵਿਚਾਰਾ ਚਲਾ ਗਿਆ। ਉਹ ਅਜੇ ਉਹਦੀ ਉਮਰ ਵੀ ਹੌਲੀ ਸੀਗੀ। ਨਹੀਂ, ਇਹ ਇਕੱਠੇ ਜੇ ਗਏ ਆ ਮਤਲਬ ਦੋਨੇ? ਨਹੀਂ, ਇਹ ਨਹੀਂ ਪਤਾ ਇਕੱਠੇ ਗਏ ਆ ਕਿ ਨਹੀਂ, ਇਹਨਾਂ ਨਹੀਂ ਮੈਂ ਕਹਿ ਸਕਦੀ ਵੀ। ਉਸ ਤਰ੍ਹਾਂ ਵੀ ਇਹ ਪੜ੍ਹਦੇ ਇਕੱਠੇ ਰਹੇ, ਗੇਮ ਇਕੱਠੀ ਕਰਦੇ ਰਹੇ। ਮਤਲਬ ਉਹ ਕੀ ਤੁਹਾਡੇ ਕੀ ਸੁਪਨੇ ਸੀਗੇ ਵੀ ਚਲੋ ਕਿਸੇ ਦਿਨ ਵਾਪਸ ਆਊਗਾ, ਇਹਦਾ ਵਿਆਹ ਕਰਾਂਗੇ, ਜਾਂ ਕੋਈ ਮਤਲਬ ਇਹੋ ਜਿਹੀ ਕੋਈ ਗੱਲ ਸੀਗੀ, ਜਾਂ ਇਹਨੇ ਵਿਆਹ ਬਾਰੇ ਕੋਈ ਗੱਲ ਕੀਤੀ ਸੀ, ਜਾਂ ਇਸ ਤੋਂ ਪਹਿਲਾਂ ਕਦੇ ਕੋਈ ਗੱਲ ਕਿਸੇ ਕੁੜੀ ਨਾਲ ਚੱਲੀ ਹੋਵੇ, ਜਾਂ ਹੋਰ ਕੋਈ ਤੁਹਾਡੇ ਚਾਅ ਮਨ ਦੇ ਵਿੱਚ ਹੋਣ ਜਿਹੜੇ ਰਹਿ ਗਏ? ਨਹੀਂ, ਇਹੋ ਆਨੇ ਆ ਵੀ ਤੂੰ ਪੇਸ਼ ਹੋ ਜਾ, ਕਿ ਜਿੱਥੇ ਵੀ ਆ ਕਿਤੇ ਤੇ ਆ ਜਾ ਜੈਪਾਲ, ਕਿਤੇ ਪੇਸ਼ ਹੋ ਜਾ ਤੇ ਫਿਰ ਚੱਲ ਤੇਰਾ ਹੋ ਜਾਊਗਾ, ਕੇਸ ਨਿਬੜ ਜੂ ਤੇ ਵਿਆਹ ਕਰ ਦਾਂਗੇ। ਅਸੀਂ ਤੇ ਆਪ ਏਡੇ ਘਰ 'ਚ ਇਕੱਲੇ ਬੜੇ ਬੋਰ ਹੁੰਦੇ ਆ ਤੇ ਸਾਡਾ ਆਪਣਾ ਬੁਰਾ ਹਾਲ ਸੀਗਾ। ਭੈਣ ਭਰਾ ਕਿੰਨੇ ਜੈਪਾਲ ਦੇ ਕੋਈ ਹੋਰ ਹੈਗੇ? ਇਹਨੇ 3। ਇਹ ਵੱਡਾ ਜੈਪਾਲ, ਉਸ ਤੋਂ ਛੋਟੀ ਇਹਦੀ ਭੈਣ ਆ ਤੇ ਉਸ ਤੋਂ ਛੋਟਾ ਭਰਾ ਵਾ। ਛੋਟਾ ਭਰਾ ਕਿੱਥੇ? ਉਹ ਬਠਿੰਡੇ ਜੇਲ੍ਹ 'ਚ। ਅੱਛਾ ਜੀ, ਉਹ ਕਿਸੇ ਜੈਪਾਲ ਦੇ ਕਰਕੇ ਹੀ ਹੈ ਕਿ ਕੋਈ ਆਪਣਾ ਕਰਕੇ ਅੱਗੇ ਵੀ ਉਹ 'ਤੇ ਝੂਠਾ ਹੀ ਕੇਸ ਪੈ ਗਿਆ ਸੀ। ਇੱਥੇ ਵੀ ਉਹ ਆਪਣਾ ਸਾਲ ਕੱਟ ਕੇ ਤੇ ਮੁੜ ਕੇ ਉਹਨੂੰ ਬਾਹਰ ਭੇਜਤਾ ਸੀ, ਬਾਹਰੋਂ ਫੇਰ ਉਹ ਆ ਗਿਆ ਤੇ ਹੁਣ ਫੇਰ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੇ ਤੇ ਇੰਨੇ ਇਹਨਾਂ ਝੂਠੇ ਪਾਤੇ ਆ। ਸਾਨੂੰ ਪੁਲਿਸ ਇੰਨਾ ਪਰੇਸ਼ਾਨ ਕਰਦੀ, ਝੂਠੇ ਕੇਸ, ਪਨਾਹ ਦਾ ਕੇਸ ਸਾਡੇ ਤੇ ਪਾਤਾ, ਅਜੇ ਚੱਲਣ ਡਿਆ। ਸਾਡੇ ਨਾਲ ਬਹੁਤ ਧੱਕਾ ਕੀਤਾ ਪੁਲਿਸ ਨੇ, ਬਹੁਤ ਹੀ ਜ਼ਿਆਦਾ। ਮਹੀਨੇ ਪਿੱਛੋਂ ਅਸੀਂ ਘਰ ਆਏ ਹਾਂ ਜਿੱਦਣ ਦਾ ਵਾਰਦਾਤ ਹੋਈ ਹੈ। ਜਿਹੜਾ ਹੁਣ ਤੁਸੀਂ ਜਿਹੜੀ ਹੁਣ ਜਗਰਾਵਾਂ ਵਾਲੀ ਵਾਰਦਾਤ ਹੋਈ ਸੀ, ਪੁਲਿਸ ਵਾਲੇ ਮਾਰੇ ਸੀ, ਉਸ ਤੋਂ ਬਾਅਦ ਆਹ ਘਰ ਦੇ ਵਿੱਚ ਖਾਲੀ ਸੀ, ਕੋਈ ਨਹੀਂ ਹੈਗਾ ਸੀ? ਨਾ ਕੋਈ ਨਹੀਂ, ਖਾਲੀ ਬੰਦ ਘਰ ਹੀ। ਤੰਗ ਕੀਤਾ ਪੁਲਿਸ ਨੇ? ਆਈ ਪੁਲਿਸ ਤੇ ਪੁੱਛ ਗਿੱਛ ਕੀਤੀ ਤੇ ਫਿਰ ਕਿਸੇ ਨੇ ਕਹਿ ਦਿੱਤਾ, ਉੱਥੇ ਜਿੱਥੇ ਅਸੀਂ ਗਏ ਉੱਥੇ ਵੀ ਇਹ ਹੀ ਵੀ ਕੇਸ ਪਾ ਦੇਣਗੇ ਤੁਹਾਡੇ ਤੇ ਅਸੀਂ ਫਿਰ ਡਰਦੇ ਨਿਕਲ ਗਏ ਵੀ ਅੱਗੇ ਪਾਏ, ਅਗਲੇ ਡਰੇ ਹਾਂ ਅਸੀਂ। ਅੱਗੇ ਤੁਹਾਨੂੰ ਪੁਲਿਸ ਦੇ ਜੈਪਾਲ ਦੇ ਕੇਸਾਂ ਦੇ ਵਿੱਚ ਚੱਕ ਕੇ ਲੈ ਕੇ ਜਾਂਦੀ ਹੁੰਦੀ ਸੀ, ਤੰਗ ਕਰਦੇ? ਖੜਦੇ ਰਹੇ, ਮੈਨੂੰ ਖੜਿਆ ਇਹਨਾਂ ਨੇ, ਫਿਰ ਮੈਨੂੰ ਪਾਸੇ ਰੱਖਿਆ। ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਇਹ ਤੇ ਵਾਕਰ ਨਾਲ ਤੁਰਦੇ ਸੀਗੇ ਤੇ ਮੈਨੂੰ ਜਦੋਂ ਜੀ ਕਰਦਾ ਸੀ ਉਦੋਂ ਆਉਂਦੇ ਸੀ ਤੇ ਚੁੱਕ ਕੇ ਲੈ ਜਾਂਦੇ ਸੀ ਤੇ ਫਿਰ ਕਿਸੇ ਦੇ ਘਰ ਬਿਠਾਇਆ ਸੀ। ਇਹਨਾਂ ਬਹੁਤ ਸਾਡੇ ਨਾਲ ਧੱਕਾ ਕੀਤਾ, ਬਹੁਤ ਹੀ ਜ਼ਿਆਦਾ। ਅਜੇ ਮਹਿਕਮਾ ਸਾਡਾ ਹੀ, ਫਿਰ ਵੀ ਸਾਡੇ ਨਾਲ ਧੱਕਾ ਬਹੁਤ ਹੋਇਆ। ਜੀ, ਤੇ ਜਿਵੇਂ ਇਹਨਾਂ ਜੈਪਾਲ ਦੇ ਫਾਦਰ ਸਾਹਿਬ ਸੀਗੇ ਮਤਲਬ ਪੁਲਿਸ ਦੇ ਵਿੱਚ, ਤਾਂ ਪੁਲਿਸ ਵਾਲੇ ਆਮ ਤੌਰ 'ਤੇ ਉਹਨਾਂ ਨੂੰ ਪਤਾ ਵੀ ਹੁੰਦਾ ਇਸ ਦੁਨੀਆ ਦਾ ਤੇ ਸਖਤ ਜੇ ਵੀ ਹੁੰਦੇ ਆ, ਤਾਂ ਜੈਪਾਲ ਡਰਦਾ ਨਹੀਂ ਸੀ ਬਚਪਨ ਤੋਂ ਲੈ ਕੇ ਉਹਨਾਂ ਤੋਂ? ਕੋਈ ਜ਼ਿਆਦਾ, ਬਹੁਤ ਹੀ ਜ਼ਿਆਦਾ। ਘਰ ਮੱਝ ਰੱਖੀ, ਆਪੇ ਪੱਠੇ ਪਾਉਂਦਾ ਸੀ, ਆਪੇ ਚੋਂਦਾ ਸੀਗਾ। ਬਹੁਤ ਹੀ ਬੀਬਾ ਮੁੰਡਾ ਸੀ, ਉਹਨੂੰ ਕੋਈ ਨਹੀਂ ਇਹੋ ਜਿਹਾ। ਉਹ ਤਾਂ ਕਿ ਤੁਰਦਾ ਵੀ ਨਹੀਂ, ਪੈਰ ਪੁੱਟਦਾ ਵੀ ਨਾ। ਗਲੀ 'ਚ ਪੁੱਛ ਲਓ ਜਿਹਨੂੰ ਮਰਜੀ, ਅੱਖ ਚੁੱਕ ਕੇ ਨਹੀਂ ਕਿਸੇ ਨੇ। ਬਹੁਤ ਘੱਟ ਬੋਲਦਾ ਸੀ ਤੇ ਬਹੁਤ ਹੌਲੀ ਬੋਲਦਾ ਸੀ ਤੇ ਉਹ ਵੀ ਆਗਿਆਕਾਰ ਸੀ, ਇਹਨਾਂ ਤੋਂ ਡਰਦਾ ਵੀ ਬੜਾ ਸੀ। ਜਿਹੜਾ ਕੰਮ ਇਹ ਕਹਿੰਦੇ ਉਹ ਕਰਦਾ ਸੀ। ਬਸ ਜਦੋਂ ਤੋਂ ਹੀ ਇਹ ਜਿਮ ਸਟਾਰਟ ਕੀਤੀ ਤਾਂ ਉਦੋਂ ਤੋਂ ਹੀ ਇਹ ਸਭ ਕੁਝ ਹੋਇਆ। ਗੇਮ ਵੀ ਬੜੀ ਵਧੀਆ ਇਹਨੇ ਆਪਣੀ ਮਰਜ਼ੀ ਦੀ ਚੁਣੀ। ਮਤਲਬ ਉਹ ਆਪਣੇ ਫਾਦਰ ਜਦੋਂ ਇਸ ਦੁਨੀਆ 'ਚ ਗਿਆ, ਕਦੇ ਉਸ ਤੋਂ ਬਾਅਦ ਆਪਦੇ ਪਿਓ ਦੇ ਨਾਲ ਇਹਦਾ ਕੋਈ ਮੇਲ ਨਹੀਂ ਹੋਇਆ ਵੀ ਪਿਓ ਸਮਝਾ ਸਕੇ? ਕਦੇ ਮੈਂ ਸੁਣਿਆ ਵੀ ਇੱਕ ਵਾਰੀ ਜੇਲ੍ਹ 'ਚ ਜਾ ਕੇ ਇਹਨਾਂ ਦੀ ਮੁਲਾਕਾਤ ਹੋਈ ਤੇ ਉਦੋਂ ਹੋਇਆ। ਉੱਥੋਂ ਵਾਲੇ ਖੁਣੀ ਇੱਥੋਂ ਹੈਗੇ ਸੀਗੇ, ਉਹ ਵੀ DSP, ਉਹ ਆਏ, ਉਹ ਜੈਪਾਲ ਨੂੰ ਮਿਲ ਕੇ ਆਏ ਲੁਧਿਆਣੇ ਤੇ ਕਹਿੰਦੇ ਵੀ ਤੂੰ ਆਪਣੇ ਬਾਰੇ ਨਹੀਂ ਸੋਚਿਆ, ਇੰਨਾ ਉਹਨੇ ਨਾਂ ਬਣਾਇਆ, ਇੰਨਾ ਉਹਦਾ ਨਾਂ ਸੀ ਤੇ ਤੂੰ ਚਲੇ ਗਿਆ। ਉਹ ਵੀ ਆਣ ਕੇ ਦੱਸਦਾ ਸੀਗਾ ਵੀ ਨਾ, ਉਹ ਬੋਲਦਾ ਹੀ ਨਹੀਂ ਗਾ,